ਜਿਹੜਾ ਕਾਨੂੰਨ ਮੋਦੀ ਜੀ ਨੇ ਵਾਪਸ ਲਿਆ ਮੰਡੀਕਰਨ ਵਾਲਾ, ਉਹ ਤਾਂ ਲਾਗੂ ਹੈ। ਕਿਸਾਨ ਕੀ ਲੈ ਕੇ ਆਏ ਨੇ ਉੱਥੋਂ? ਕੁਛ ਨਹੀਂ ਲੈ ਕੇ ਆਏ। ਕੀ ਹਾਸਲ ਕੀਤਾ ਅਸੀਂ? ਲਖੀਮਪੁਰ ਖੀਰੀ ਉੱਥੇ ਦਾ ਉੱਥੇ ਹੈ। ਆ ਜਿਹੜੇ ਕਿਸਾਨ ਅੰਦੋਲਨ ਸੀ ਸਾਰੇ ਕਾਮਰੇਡ ਸੀ। ਮੈਂ ਪੂੰਜੀ ਪੜ੍ਹੀ ਹੋਈ ਆ, ਕਿੰਨੇ ਵਾਲੀਅਮ ਪੜ੍ਹੇ ਕਾਰਲ ਮਾਰਕਸ ਦੇ, ਕਿੰਨਾ ਕੁ ਕਾਮਰੇਡਾਂ ਨੇ ਪੜ੍ਹੇ ਆ ਭਾਈ? ਤੁਸੀਂ ਕਹੋਗੇ ਇਹ ਬੰਦਿਆਂ ਨੇ ਤੇ ਇਹ ਆਪ ਹੀ ਅੰਦੋਲਨ ਕਰ ਲੈਂਦੇ। ਮੈਂ ਕਹਾਂਗਾ ਤੁਸੀਂ ਅੰਦੋਲਨ ਕਰਨ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ। ਹੁਣ ਨਾਰੇ ਤਾਂ ਲੱਗਦੇ ਨੇ ਨਾ, ਜੈ ਕਿਸਾਨ ਜੈ ਜਵਾਨ। ਯਾਰ ਫਿਰ ਜੈ ਜਵਾਨ ਤਾਂ ਚਲੋ ਠੀਕ ਆ, ਹੈ ਹੁਣ ਚਲੋ ਜਵਾਨ ਨੂੰ ਤੇ ਮਿਲ ਗਿਆ ਸਾਰਾ ਕੁਝ, ਕਿਸਾਨ ਨੂੰ ਕੀ ਮਿਲਿਆ? ਉਸ ਸਮੇਂ ਤੁਸੀਂ 10-15 ਦਿਨ ਹੋਰ ਬਹਿ ਜਾਂਦੇ ਨਾ, ਤੁਸੀਂ MSP ਵੀ ਲੈ ਕੇ ਉੱਠਦੇ, ਤੁਸੀਂ ਲਖੀਮਪੁਰ ਖੀਰੀ ਵੀ ਲੈ ਕੇ ਉੱਠਦੇ, ਤੁਸੀਂ ਆਪਣਾ ਜਿਹੜੀਆਂ ਸ਼ਹੀਦੀਆਂ ਹੋਈਆਂ ਕਿਸਾਨਾਂ ਦੀਆਂ ਉਹਨਾਂ ਦੇ ਕਰੋੜ ਰੁਪਏ ਮੁਆਵਜ਼ੇ ਵੀ ਲੈ ਕੇ ਆਉਂਦੇ। ਅੱਜ ਕੀ ਆ ਯਾਰ, ਪੰਜਾਬ ਗੌਰਮੈਂਟ ਵੀ ਤਾਂ ਬੇਇੱਜ਼ਤੀ ਕਰ ਰਹੀ ਹੈ ਨਾ ਇਹਨਾਂ ਦੀ। ਕਿਸਾਨ ਅੰਦੋਲਨ ਦਾ ਅਸਲੀ ਫਾਇਦਾ ਤੇ ਅਦਾਨੀ ਅੰਬਾਨੀ ਲੈ ਗਏ ਨਾ, ਕਾਰਪੋਰੇਟ ਲੈ ਗਏ ਨਾ। ਤੁਸੀਂ ਤੇ ਕਾਰਪੋਰੇਟਾਂ ਦੇ ਖਿਲਾਫ ਲੜ ਰਹੇ ਸੀ। ਰਕੇਸ਼ ਟਕੈਤ ਕੀ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੇ ਸਾਡੀ ਭੁੱਖ ਤਿਜੋਰੀਆਂ 'ਚ ਬੰਦ ਕਰ ਲੈਣੀਆਂ, ਤੇ ਭੁੱਖ ਤੇ ਤਿਜੋਰੀਆਂ 'ਚ ਬੰਦ ਹੋ ਹੀ ਗਈ ਨਾ। 450 ਰੁਪਏ ਨੂੰ ਥੈਲੀ ਆਟੇ ਦੀ ਆ ਰਹੀ ਹੈ 10 ਕਿਲੋ ਦੀ। ਕਿ ਜੇ ਗਾਂਧੀ ਨੂੰ ਚੱਜ ਨਾਲ ਪੜ੍ਹਿਆ ਹੁੰਦਾ ਨਾ ਕਿਤੇ, ਤੁਸੀਂ ਅੰਦੋਲਨ ਫੇਲ ਕਰਕੇ ਨਹੀਂ ਸੀ ਆਉਂਦੇ ਉੱਥੇ। ਕੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ, ਜਾਂ ਕਿਸਾਨ ਉਦੋਂ ਬਹੁਤ ਸਾਰੇ ਕਹਿੰਦੇ ਸੀ ਇਸ ਤੱਕ ਕਿਸਾਨੀ ਅੰਦੋਲਨ ਜਿੱਤ ਲਿਆ, ਪਰ ਅਸਲ ਦੇ ਵਿੱਚ ਕਿਸਾਨਾਂ ਦੀ ਹਾਰ ਹੋਈ ਕਿ ਗੁੰਮਰਾਹ ਹੋਏ? ਉਹਨਾਂ ਨੇ ਕਿਸਾਨ ਅੰਦੋਲਨ ਦਾ ਸਹਾਰਾ ਲੈ ਕੇ ਹੀ 1500 ਰੁਪਇਆ ਵੱਧ ਕਮਾ ਲਿਆ ਨਾ ਕੁਇੰਟਲ ਦੇ ਪਿੱਛੇ, ਤੇ ਫਾਇਦਾ ਤੇ ਉਹਨਾਂ ਨੂੰ ਹੋਇਆ ਨਾ। ਕਿਸਾਨ ਜਿਹੜੇ 700 ਤੋਂ ਉੱਪਰ ਸ਼ਹੀਦ ਹੋਏ ਨੇ, ਮੈਨੂੰ ਇਹ ਦੱਸੋ ਉਹਨਾਂ ਨੂੰ ਕੀ ਮਿਲਿਆ? ਕੁਛ ਨਹੀਂ ਮਿਲਿਆ। ਸਰਕਾਰ, ਕੇਂਦਰ ਸਰਕਾਰ ਤੇ ਕਹਿੰਦੀ ਸਾਡੇ ਕੋਲ ਲਿਸਟਾਂ ਹੀ ਨਹੀਂ ਹੈਗੀ। ਫਿਰ ਤੁਸੀਂ ਪੰਜਾਬ ਗੌਰਮੈਂਟ ਨੇ ਦੇਖੋ 5 ਲੱਖ ਰੁਪਇਆ ਦੇਤਾ। 5 ਲੱਖ ਰੁਪਇਆ ਦੇਣਾ ਤੇ ਕਿਸਾਨਾਂ ਦੀ ਬੇਇੱਜ਼ਤੀ ਹੈ। ਜਦੋਂ ਕਿਸਾਨ ਵੀ ਸ਼ਹੀਦ ਹੋਏ, ਕਿਸਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦਿੰਦੇ, ਇਹਨਾਂ ਦੇ ਪੇਟ 'ਚ ਦਰਦ ਹੁੰਦੀ ਹੈ। ਗਾਂਧੀ ਦਾ ਨਾਂ ਲੈ ਕੇ ਇਹ ਗੱਲਾਂ ਨਹੀਂ ਬਣਨੀਆਂ। ਕਿਸਾਨ ਅੰਦੋਲਨ ਤੁਸੀਂ ਹਰਵਾ ਦਿੱਤਾ, ਇਹਦੇ ਇੰਨਾ ਹੀ ਕਾਫੀ ਹੈ। ਹੁਣ ਥੋੜੀ ਜਿਹੀ ਸਟੱਡੀ ਕਰਕੇ ਫੇਰ ਬੈਠੇ ਉੱਥੇ ਜਾ ਕੇ। ਸਤਿ ਸ਼੍ਰੀ ਅਕਾਲ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਦ। ਦੋਸਤੋ, ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਤੇ ਬਹੁਤ ਸਾਰੇ ਜਿਹੜੇ ਕਿਸਾਨ ਉੱਥੇ ਪਹੁੰਚੇ ਸੀ। ਤਾਂ ਆਓ ਕਿਸਾਨੀ ਅੰਦੋਲਨ ਨੂੰ ਲੈ ਕੇ ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਡਾਕਟਰ ਬਲਵਿੰਦਰ ਸਿੰਘ ਔਲਖ, ਜੋ ਕਿ ਸਾਇੰਟਿਸਟ ਨੇ। ਗੱਲਬਾਤ ਉਹਨਾਂ ਦੇ ਨਾਲ ਹੀ ਕਰਾਂਗੇ ਕਿ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ। ਸਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ। ਸਰ, ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ, ਤੁਹਾਡੇ ਉਸ ਸੰਬੰਧ ਵਿੱਚ ਕੀ ਵਿਚਾਰ ਨੇ? ਦੇਖੋ ਜੀ, ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਸੀ, ਸਭ ਤੋਂ ਸ਼ਾਨਦਾਰ ਅੰਦੋਲਨ ਸੀ, ਔਰ ਇਹ ਬੜੇ ਹੀ ਕਾਮਯਾਬ ਤਰੀਕੇ ਨਾਲ ਚੱਲਿਆ। ਮਤਲਬ ਇਸ ਤਰੀਕੇ ਨਾਲ ਚੱਲਿਆ ਕਿ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਔਰ ਇਸ ਅੰਦੋਲਨ ਨੇ ਬਹੁਤ ਸਾਰੀਆਂ ਚੀਜ਼ਾਂ ਹਾਸਲ ਕੀਤੀਆਂ। ਔਰ ਮਤਲਬ ਇੱਕ ਤਰ੍ਹਾਂ ਨਾਲ ਸਰਕਾਰ ਦਾ ਜਿਹੜਾ ਇੱਕ ਸਿਸਟਮ ਹੁੰਦਾ, ਸਿਸਟਮ ਨੂੰ ਤੋੜਨ ਵਿੱਚ ਵੀ ਕਾਮਯਾਬ ਹੋਇਆ। ਤੇ ਇਹਦੇ ਨਾਲ ਇਹ ਇਤਿਹਾਸ ਦੀ ਇੱਕ ਬੜੀ ਪੋਜੀਟਿਵ ਘਟਨਾ ਸੀ, ਬੜੀ ਵਧੀਆ ਘਟਨਾ ਸੀਗੀ। ਪਰ ਇਹਦੀ ਜਿਹੜੀ ਆਊਟਕਮ ਰਹੀ ਹੈ ਉਹ ਉਹੋ ਜਿਹੀ ਨਹੀਂ ਰਹੀ ਜਿਹੋ ਜਿਹੀ ਹੋਣੀ ਚਾਹੀਦੀ ਸੀ। ਏਡੇ ਵੱਡੇ ਅੰਦੋਲਨ 'ਚੋਂ ਬਹੁਤ ਕੁਝ ਕੱਢਿਆ ਜਾ ਸਕਦਾ ਸੀ। ਇਹ ਗੱਲ ਦਾ ਇਹ ਸਾਰੇ ਕਿਸੇ ਨੂੰ ਯਾਦ ਕਰਕੇ ਬੜਾ ਚੰਗਾ ਵੀ ਲੱਗਦਾ ਹੈ ਕਿ ਇੱਕ ਐਡਾ ਬੜਾ ਅੰਦੋਲਨ ਸਾਡੀ ਧਰਤੀ 'ਤੇ ਹੋਇਆ, ਜਿਹਨੇ ਸਾਰੀ ਦੁਨੀਆ ਦੇ ਵਿੱਚ ਇੱਕ ਤਹਿਲਕਾ ਮਚਾਇਆ। ਸਾਰੀ ਦੁਨੀਆ ਦੇ ਵਿੱਚ ਇੱਕ ਲਹਿਰ ਆਈ, ਖੁਸ਼ੀ ਦੀ ਲਹਿਰ ਆਈ, ਇੱਕ ਪੋਜੀਟਿਵ ਲਹਿਰ ਆਈ। ਇਤਿਹਾਸ ਨੂੰ ਇੱਕ ਸਹੀ ਮੋੜਾ ਵੀ ਮਿਲਿਆ, ਔਰ ਸਾਰੇ ਪਾਸੇ ਜਿਹੜੀ ਨਿਰਾਸ਼ਾ ਫੈਲੀ ਹੋਈ ਸੀ ਉਹ ਵੀ ਕਾਫੀ ਹੱਦ ਤੱਕ ਦੂਰ ਹੋਈ। ਪਰ ਜਦੋਂ ਇਹ ਅੰਦੋਲਨ ਖਤਮ ਹੋਇਆ, ਔਰ ਹੁਣ ਕਿਉਂਕਿ 1.5 ਸਾਲ ਬੀਤ ਹੀ ਚੁੱਕਿਆ ਇਸ ਤੋਂ ਬਾਅਦ, ਔਰ ਹੁਣ ਜੋ ਨਿਰਾਸ਼ਾ ਫੈਲੀ ਆ, ਕਿਉਂਕਿ ਇਹ ਕੁਛ ਵੀ ਪੱਲੇ ਲੈ ਕੇ ਨਹੀਂ ਉੱਥੋਂ ਆ ਪਾਏ, ਕੋਈ ਕੰਕਰੀਟ ਚੀਜ਼ ਨਹੀਂ ਲੈ ਕੇ ਆ ਪਾਏ। ਇਸ ਕਰਕੇ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਆ ਰਹੀ ਹੈ, ਔਰ ਇਸ ਗੱਲ ਦਾ ਸਾਨੂੰ ਵੀ ਬੜਾ ਦੁੱਖ ਹੈ। ਸਰ, ਤੁਸੀਂ ਨਿਰਾਸ਼ਾ ਦੀ ਗੱਲ ਕੀਤੀ ਹੈ। ਨਿਰਾਸ਼ਾ ਕਿਹੜੀ ਗੱਲ ਕਰਕੇ ਨਿਰਾਸ਼ਾ ਜਿਹੜੀ ਸਾਹਮਣੇ ਆ ਰਹੀ ਹੈ, ਕੀ ਕਾਰਨ ਨੇ? ਹੁਣ ਤੁਸੀਂ ਇਹ ਦੇਖੋ ਵੀ ਕਿਸਾਨਾਂ ਦੀ ਹਾਲਤ ਵਿੱਚ ਕੀ ਸੁਧਾਰ ਹੋਇਆ? ਕੁਝ ਵੀ ਨਹੀਂ। ਖੇਤੀ ਕਾਨੂੰਨ ਤਾਂ ਸਰਕਾਰ ਨੇ ਵਾਪਸ ਕਰ ਲਏ, ਪਰ ਪ੍ਰੈਕਟੀਕਲ 'ਚ ਤਾਂ ਉਹ ਕਾਨੂੰਨ ਲਾਗੂ ਨੇ ਨਾ, ਉਹ ਕਾਨੂੰਨ ਚੱਲ ਹੀ ਰਹੇ ਨੇ ਨਾ। ਹੁਣ ਉਹਨਾਂ 'ਚ ਇੱਕ ਕਾਨੂੰਨ ਸੀਗਾ ਮੰਡੀਕਰਨ ਵਾਲਾ। ਤੁਸੀਂ ਉਹਦੇ ਵਿੱਚ ਕੀ ਸੀਗਾ ਕਿ ਕਿਸਾਨਾਂ ਦੀ ਮੰਗ ਸੀਗੀ ਕਿ APMC ਦੀਆਂ ਜਿਹੜੀਆਂ ਮੰਡੀਆਂ, ਸਰਕਾਰੀ ਮੰਡੀਆਂ ਨੇ, ਉਹਨਾਂ ਦੇ ਭਾਅ ਤੇ ਪ੍ਰਾਈਵੇਟ ਮੰਡੀ ਦੇ ਭਾਅ ਬਰਾਬਰ ਹੋਣੇ ਚਾਹੀਦੇ ਆ। ਕਿਉਂਕਿ ਸਰਕਾਰ ਨੇ ਕੀ ਕਿਹਾ ਸੀਗਾ ਕਿ ਜਿਹੜਾ ਪ੍ਰਾਈਵੇਟ ਮੰਡੀ ਆ ਉਹਦੇ ਉੱਤੇ 6% ਟੈਕਸ ਘੱਟ ਲੱਗਣਾ, ਔਰ ਸਰਕਾਰੀ ਮੰਡੀ ਦੇ ਵਿੱਚ 6% ਟੈਕਸ ਵੱਧ ਲੱਗਣਾ। ਹੁਣ ਪ੍ਰਾਈਵੇਟ ਮੰਡੀ ਵਾਲੇ ਕੀ ਕਰਦੇ ਆ ਕਿ ਉਹ 6% ਉਹਨਾਂ ਨੂੰ ਤੇ ਮਾਫੀ ਹੈ, ਉਹ ਹੀ ਕਿਸਾਨ ਨੂੰ ਟਰਾਂਸਫਰ ਕਰ ਦਿੰਦੇ ਆ। ਔਰ ਕਿਸਾਨ ਵਿਚਾਰਾ, ਉਹਦੀ ਇੰਨੀ ਬੁੱਧੀ ਤੇ ਇੰਨੀ ਹੈ ਨਹੀਂ ਤੇਜ਼, ਉਹ ਸੋਚਦਾ ਕਿ ਸਾਨੂੰ 100-150 ਰੁਪਇਆ ਫਾਲਤੂ ਮਿਲ ਰਿਹਾ ਕੁਇੰਟਲ ਦਾ, ਉਹ ਜਾ ਕੇ ਉੱਥੇ ਵੇਚ ਆਉਂਦਾ। ਉਹਦੇ ਨਾਲ ਕੀ ਹੋਇਆ ਕਿ ਉਹ ਹੁਣ ਤੁਸੀਂ ਦੇਖਿਆ ਇੱਥੇ ਕਿਲ੍ਹਾ ਰਾਏਪੁਰਾ ਇੱਥੇ ਲੱਗ ਗਈ ਆ, ਇੱਥੇ ਅਦਾਨੀ ਦੀ ਡਰਾਈ ਪੋਰਟ ਆ, ਇੱਥੇ ਉਹਨਾਂ ਨੇ 100-150 ਰੁਪਇਆ ਵੱਧ ਦੇ ਕੇ ਕੁਇੰਟਲ ਦਾ ਉਹਨਾਂ ਨੂੰ ਦਿੱਤਾ, ਨਾਲ ਹੀ ਉਹ ਕੈਸ਼ ਪੇਮੈਂਟ ਦਿੰਦੇ ਸੀਗੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਬਹੁਤ ਹੀ ਪ੍ਰੋਫਿਟ ਵਾਲਾ ਧੰਦਾ ਹੈ।
ਉਹ ਕਿਵੇਂ ਪ੍ਰੋਫਿਟ ਵਾਲਾ ਉਹ ਥੋੜ੍ਹਾ ਜਿਹਾ ਬਾਅਦ ਚ ਡਿਸਕਸ ਕਰਦੇ ਹਾਂ। ਪਰ ਉਹ ਕਹਿਣ ਦਾ ਮਤਲਬ ਸੀ ਉਹ ਕਿਹੜਾ ਕਾਨੂੰਨ ਮੋਦੀ ਜੀ ਨੇ ਵਾਪਸ ਲਿਆ ਮੰਡੀਕਰਨ ਵਾਲਾ, ਉਹ ਤਾਂ ਲਾਗੂ ਹੈ। ਕਿਸਾਨ ਕੀ ਲੈ ਕੇ ਆਏ ਨੇ ਉੱਥੋਂ? ਕੁਛ ਨਹੀਂ ਲੈ ਕੇ ਆਏ। ਦੂਜਾ ਦੇਖੋ ਕਿ ਕਿਸਾਨਾਂ 700 ਤੋਂ ਉੱਪਰ ਕਿਸਾਨ ਸ਼ਹੀਦ ਹੋਏ ਨੇ। ਕਿਸਾਨ ਜਿਹੜੇ 700 ਤੋਂ ਉੱਪਰ ਸ਼ਹੀਦ ਹੋਏ ਨੇ, ਮੈਨੂੰ ਇਹ ਦੱਸੋ ਉਹਨਾਂ ਨੂੰ ਕੀ ਮਿਲਿਆ? ਕੁਛ ਨਹੀਂ ਮਿਲਿਆ। ਸਰਕਾਰ, ਕੇਂਦਰ ਸਰਕਾਰ ਤੇ ਕਹਿੰਦੀ ਸਾਡੇ ਕੋਲ ਲਿਸਟਾਂ ਹੀ ਨਹੀਂ ਹੈਗੀਆਂ। ਜਦੋਂ ਤੁਹਾਡੇ ਕੋਲ ਲਿਸਟਾਂ ਹੀ ਨਹੀਂ ਹੈਗੀਆਂ ਪੜ੍ਹਵਿਓ, ਤੇ ਤੁਸੀਂ ਉਹਨਾਂ ਨੂੰ ਦੇਣਾ ਕੀ ਆ? ਤੁਸੀਂ ਤਾਂ ਕਿਸੇ ਨੂੰ ਕੁਝ ਨਹੀਂ ਦੇਣਾ। ਫਿਰ ਤੁਸੀਂ ਪੰਜਾਬ ਗੌਰਮੈਂਟ ਨੇ ਦੇਖੋ 5 ਲੱਖ ਰੁਪਇਆ ਦੇਤਾ। 5 ਲੱਖ ਰੁਪਇਆ ਦੇਣਾ ਤੇ ਕਿਸਾਨਾਂ ਦੀ ਬੇਇੱਜ਼ਤੀ ਹੈ। ਇਹ ਤਾਂ ਕਿਸਾਨਾਂ ਦੀ ਬੇਇੱਜ਼ਤੀ ਹੈ। ਹੁਣ ਦੇਖੋ ਕਿ ਇੱਕ ਫੌਜੀ ਸ਼ਹੀਦ ਹੁੰਦਾ, ਬਾਰਡਰ ਦੇ ਉੱਤੇ ਸ਼ਹੀਦ ਹੀ ਕਹਿੰਦੇ ਆ ਨਾ, ਉਹਨੂੰ ਉਹਦਾ ਪ੍ਰੋਵੀਡੈਂਟ ਫੰਡ ਵੀ ਮਿਲਦਾ ਹੈ, ਉਹਨੂੰ ਉਹਦੀ ਘਰਵਾਲੀ ਨੂੰ ਪੈਨਸ਼ਨ ਵੀ ਮਿਲਦੀ ਹੈ, ਹੋਰ ਵੀ ਬਹੁਤ ਸਾਰੇ ਭੱਤੇ ਮਿਲਦੇ ਨੇ। ਉਹਦੇ ਨਾਲ ਪੰਜਾਬ ਸਰਕਾਰ 1 ਕਰੋੜ ਰੁਪਇਆ ਦਿੰਦੀ ਹੈ ਨਾ, ਅਖਬਾਰਾਂ 'ਚ ਐਲਾਨ ਕਰਦੀ ਹੈ ਨਾ ਸਰਕਾਰ, ਅਸੀਂ ਦਿੰਦੇ ਹਾਂ। ਜਦੋਂ ਕਿਸਾਨ ਵੀ ਸ਼ਹੀਦ ਹੋਏ, ਕਿਸਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦਿੰਦੇ ਆ, ਇਹਨਾਂ ਦੇ ਪੇਟ 'ਚ ਦਰਦ ਹੁੰਦੀ ਹੈ। ਕਿੰਨੇ ਕੁ ਕਿਸਾਨ ਸ਼ਹੀਦ ਹੋਏ ਨੇ ਪੰਜਾਬ ਦੇ? 400 500। ਜੇ 500 ਕਰੋੜ ਦਾ ਬਜਟ ਕਿਸਾਨਾਂ ਦੇ ਚੱਲਿਆ ਜਾਏਗਾ ਤੇ ਕਿਹੜੀ ਸਰਕਾਰ ਕੰਗਾਲ ਹੋ ਜਾਣੀ ਹੈ? ਪੰਜਾਬ ਗੌਰਮੈਂਟ। ਜਾਂ ਜੇ ਸੈਂਟਰ ਦੀ ਗੌਰਮੈਂਟ, ਤੁਸੀਂ ਮੋਦੀ ਸਾਹਿਬ ਜਾਂਦੇ ਆ ਜੀ, ਉਹ ਗਏ ਜੀ, ਮੋਦੀ ਸਾਹਿਬ ਬਿਹਾਰ ਦੇ ਵਿੱਚ ਗਏ ਜੀ, 1,20,000 ਕਰੋੜ ਦਾ ਪੈਕੇਜ ਦੇਤਾ ਜੀ। ਉੱਥੇ ਗਏ ਜੀ, ਕੀ ਬੋਲਦੇ ਆ ਉਹਨੂੰ, ਜੰਮੂ ਕਸ਼ਮੀਰ ਦੇ ਵਿੱਚ 80,000 ਕਰੋੜ ਦਾ ਪੈਕੇਜ ਦੇਤਾ ਜੀ। 60,000 ਕਰੋੜ ਦਾ ਪੈਕੇਜ ਜੀ ਇਹਨਾਂ ਨੇ ਜਾ ਕੇ ਗੁਜਰਾਤ 'ਚ ਦੇਤਾ। ਉਹ ਜੇ 60,000 ਕਰੋੜ ਦਾ ਪੈਕੇਜ ਦਿੱਤਾ ਜਾ ਸਕਦਾ ਤੇ 700 ਕਰੋੜ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਹੈ। ਸਰਕਾਰ ਤੇ ਕਹਿੰਦੀ ਸਾਡੇ ਕੋਲ ਲਿਸਟ ਹੀ ਨਹੀਂ। ਕਹਿਣ ਦਾ ਮਤਲਬ ਕੀ ਹਾਸਲ ਕੀਤਾ ਅਸੀਂ? ਲਖੀਮਪੁਰ ਖੀਰੀ ਉੱਥੇ ਦਾ ਉੱਥੇ ਹੈ। ਕੀ ਹੋਇਆ ਲਖੀਮਪੁਰ ਖੀਰੀ ਦਾ? ਕੁਛ ਨਹੀਂ ਨਾ ਹੋਇਆ। ਕਹਿਣ ਦਾ ਮਤਲਬ ਕਿ ਅੱਜ ਨਿਰਾਸ਼ਾ ਹੈ। ਸਭ ਤੋਂ ਬੜੀ ਮੰਗ ਸੀ MSP ਲਈ ਜਾ ਸਕਦੀ ਸੀ ਜਦੋਂ ਉਹ ਮਾਹੌਲ ਬਣਿਆ ਹੋਇਆ ਸੀ। ਦੇਖੋ ਅਸੀਂ ਕੋਈ ਗੱਲ ਕਰਾਂਗੇ, ਇਹ ਕਹਿਣਗੇ ਲੈ ਤੁਸੀਂ ਕਿਹੜਾ ਕਿਸਾਨ ਅੰਦੋਲਨ 'ਚ ਹੈਗੇ ਸੀ। ਯਾਰ ਅਸੀਂ ਥਿੰਕਰ ਹਾਂ, ਸਾਡਾ ਕੰਮ ਹੈ। ਮੈਂ ਸਾਇੰਟਿਸਟ ਹਾਂ, ਮੈਂ ਪੋਲੀਟੀਕਲ ਇਕਾਨਮੀ ਪੜ੍ਹੀ ਹੋਈ ਹੈ। ਕਿੰਨੇ ਪੜ੍ਹੀ ਹੋਈ ਆ? ਇਹ ਜਿਹੜੇ ਕਿਸਾਨ ਅੰਦੋਲਨ ਸੀ ਸਾਰੇ ਕਾਮਰੇਡ ਸੀਗੇ। ਮੈਂ ਪੂੰਜੀ ਪੜ੍ਹੀ ਹੋਈ ਆ, ਕਿੰਨੇ ਵਾਲੀਅਮ ਪੜ੍ਹੇ ਕਾਰਲ ਮਾਰਕਸ ਦੇ, ਕਿੰਨਾ ਕੁ ਕਾਮਰੇਡਾਂ ਨੇ ਪੜ੍ਹੇ ਆ ਭਾਈ? ਉਹ ਮੈਂ ਜਿਹੜਾ ਲਿਟਰੇਚਰ ਮੈਂ ਪੜ੍ਹਿਆ ਹੋਇਆ, ਆਖਰ ਗਿਆਨ ਤਾਂ ਕਿਤਾਬਾਂ 'ਚੋਂ ਹੀ ਮਿਲਦਾ ਨਾ। ਤੁਸੀਂ ਕਹੋਗੇ ਇਹ ਬੰਦਿਆਂ ਨੇ ਤੇ ਇਹ ਆਪ ਹੀ ਅੰਦੋਲਨ ਕਰ ਲੈਂਦੇ। ਮੈਂ ਕਹਾਂਗਾ ਤੁਸੀਂ ਅੰਦੋਲਨ ਕਰਨ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ। ਹੁਣ ਮੈਂ ਕਿਸਾਨਾਂ ਨੂੰ ਇਹ ਕਹਿਣਾ ਕਿ ਜੇ ਤੁਹਾਡੇ 'ਚ ਇੰਨੀ ਤਾਕਤ ਹੈਗੀ ਹੈ ਨਾ, ਦੁਬਾਰਾ ਅੰਦੋਲਨ ਖੜਾ ਕਰਕੇ ਦਿਖਾਓ। ਪੀੜ੍ਹੀਆਂ ਲੱਗ ਜਾਣਗੀਆਂ, ਪੀੜ੍ਹੀਆਂ। ਅਗਲੇ 20-25 ਸਾਲ ਉਹ ਅੰਦੋਲਨ ਖੜਾ ਨਹੀਂ ਹੋਣਾ ਜਿਹੜਾ ਤੁਸੀਂ ਖੜਾ ਕਰ ਲਿਆ ਹੋਇਆ ਸੀ। ਚਲੋ ਤੁਸੀਂ ਮਿਹਨਤ ਕੀਤੀ, ਤੁਸੀਂ ਯੂਨੀਅਨਾਂ ਖੜੀਆਂ ਕੀਤੀਆਂ, ਤੁਸੀਂ ਕਾਡਰ ਬਿਲਡ ਕੀਤਾ, ਤੁਸੀਂ ਲੋਕਾਂ ਨੂੰ ਐਜੂਕੇਟ ਕੀਤਾ। ਪਰ ਐਜੂਕੇਟ ਕਰਕੇ ਤੁਸੀਂ ਉਸ ਸਮੇਂ ਲੋਕਾਂ ਨੂੰ ਉੱਥੋਂ ਉਠਾ ਲਿਆ ਜਦੋਂ ਲੋਕ ਆਪਣੀ ਕਾਮਯਾਬੀ ਦੀ ਜਿੱਤ ਤੇ ਉਹਦੇ ਦਹਿਲੀਜ਼ ਤੇ ਖੜੇ ਸੀ। ਉਸ ਸਮੇਂ ਤੁਸੀਂ 10-15 ਦਿਨ ਹੋਰ ਬਹਿ ਜਾਂਦੇ ਨਾ, ਤੁਸੀਂ MSP ਵੀ ਲੈ ਕੇ ਉੱਠਦੇ, ਤੁਸੀਂ ਲਖੀਮਪੁਰ ਖੀਰੀ ਵੀ ਲੈ ਕੇ ਉੱਠਦੇ, ਤੁਸੀਂ ਆਪਣਾ ਜਿਹੜੀਆਂ ਸ਼ਹੀਦੀਆਂ ਹੋਈਆਂ ਕਿਸਾਨਾਂ ਦੀਆਂ ਉਹਨਾਂ ਦੇ ਕਰੋੜ ਰੁਪਏ ਮੁਆਵਜ਼ੇ ਵੀ ਲੈ ਕੇ ਆਉਂਦੇ। ਅੱਜ ਕੀ ਆ ਯਾਰ, ਪੰਜਾਬ ਗੌਰਮੈਂਟ ਵੀ ਤਾਂ ਬੇਇੱਜ਼ਤੀ ਕਰ ਰਹੀ ਹੈ ਨਾ ਇਹਨਾਂ ਦੀ। 5 ਲੱਖ ਰੁਪਏ ਹੁੰਦਾ ਕੀ ਹੈ? ਜੇ ਤੁਸੀਂ ਫੌਜੀਆਂ ਨੂੰ ਸ਼ਹੀਦ ਹੋਇਆਂ ਨੂੰ ਦੇ ਸਕਦੇ ਹੋ ਤੁਸੀਂ 1 ਕਰੋੜ ਰੁਪਇਆ, ਕਿਸਾਨਾਂ ਨੂੰ ਕਿਉਂ ਨਹੀਂ 1 ਕਰੋੜ ਰੁਪਇਆ ਦਿੰਦੇ ਯਾਰ? ਥੋੜ੍ਹੀ ਜਿਹੀ ਡਿਗਨਿਟੀ ਤਾਂ ਆਏਗੀ ਨਾ ਉਹਦੇ ਵਿੱਚ। ਪਤਾ ਤਾਂ ਚੱਲੇ ਕਿਸਾਨ ਸ਼ਹੀਦ ਹੈ। ਉਹ ਕਾਹਦਾ ਸ਼ਹੀਦ ਹੈ ਯਾਰ? ਇੱਕ ਨੂੰ ਤਾਂ ਤੁਸੀਂ ਸੁੱਕੀ ਰੋਟੀ ਦੇ ਨਮਕ ਨਾਲ, ਦੂਜੇ ਨੂੰ ਬਿਰਿਆਨੀ ਖਵਾ ਰਹੇ ਹੋ। ਚਲੋ ਮੈਂ ਇਹ ਵੀ ਨਹੀਂ ਸ਼ਬਦ ਨਹੀਂ ਯੂਜ਼ ਕਰਨੇ ਚਾਹੁੰਦਾ, ਇਹ ਠੀਕ ਨਹੀਂ ਹੈਗੇ, ਕਿਉਂਕਿ ਸ਼ਹਾਦਤ ਹੈ। ਬਾਰਡਰ ਤੇ ਵੀ ਆ ਸ਼ਹਾਦਤ, ਕਿਸਾਨ ਅੰਦੋਲਨ ਤੇ ਵੀ ਆ। ਪਰ ਕਹਿਣ ਦਾ ਮਤਲਬ ਕਿ ਪਾੜ ਦੇਖੋ ਕਿੱਡਾ ਬੜਾ ਹੈ। 5 ਨਾਰੇ ਤਾਂ ਲੱਗਦੇ ਨੇ ਨਾ, ਜੈ ਕਿਸਾਨ ਜੈ ਜਵਾਨ। ਯਾਰ ਫਿਰ ਜੈ ਜਵਾਨ ਤੇ ਚਲੋ ਠੀਕ ਆ। ਹੁਣ ਚਲੋ ਜਵਾਨ ਨੂੰ ਤੇ ਮਿਲ ਗਿਆ ਸਾਰਾ ਕੁਝ, ਕਿਸਾਨ ਨੂੰ ਕੀ ਮਿਲਿਆ? ਚਲੋ ਮੈਂ ਜਵਾਨਾਂ ਦੇ ਵੀ ਖਿਲਾਫ ਨਹੀਂ ਹੈਗਾ, ਪਰ ਕਹਿਣ ਦਾ ਮਤਲਬ ਇਹ ਹੈਗਾ ਵੀ ਕਿਸਾਨਾਂ ਨੂੰ ਵੀ ਤਾਂ ਡਿਗਨਿਟੀ ਦਿਓ ਨਾ। ਅਸੀਂ ਰੋਟੀ ਖਾਂਦੇ ਆ ਯਾਰ, ਅਸੀਂ ਚਾਹੇ ਅਸੀਂ ਕੁਝ ਵੀ ਕਰ ਲਈਏ। ਹੁਣ ਅੰਬਾਨੀ ਅਦਾਨੀ ਨੇ ਇੰਨੀ ਦੌਲਤ ਜਮ੍ਹਾਂ ਕਰ ਲਈ, ਉਹਨੇ ਉਹ ਵੀ ਖਾਂਦੇ ਤੋਂ ਵੀ ਰੋਟੀ ਆ ਨਾ। ਬਲਕਿ ਇਹੋ ਜਿਹਾ ਨੂੰ ਤਾਂ ਰੋਟੀ ਵੀ ਨਸੀਬ ਨਹੀਂ ਹੁੰਦੀ ਚੱਜ ਨਾ। ਉਹਦੇ ਮੂੰਗੀ ਦੀ ਦਾਲ, ਬਹੁਤੇ ਅਮੀਰਾਂ ਨੂੰ ਤਾਂ ਮੂੰਗੀ ਦੀ ਦਾਲ ਹੀ ਨਸੀਬ ਹੁੰਦੀ ਹੈ ਨਾ। ਇਹਨਾਂ ਦੇ ਕਰਮਾਂ ਦੇ ਵਿੱਚ ਤੇ ਇੱਕ ਜਲੇਬੀ ਵੀ ਨਹੀਂ ਖਾ ਸਕਦੇ, ਇਹ ਦਾਰੂ ਵੀ ਨਹੀਂ ਪੀ ਸਕਦੇ। ਪਰ ਲੋਕਾਂ ਦਾ ਜੀਣਾ ਹਰਾਮ ਕਰਨਾ ਹੁੰਦਾ। ਜਿਹੜਾ ਦੂਜਾ ਨੁਕਤਾ ਮੈਂ ਉਠਾਇਆ, ਮੈਂ ਥੋੜ੍ਹਾ ਜਿਹਾ ਉਹਨੂੰ ਕਲੈਰੀਫਾਈ ਕਰ ਦਿਆਂ ਕਿ ਅਦਾਨੀ ਨੇ ਕਣਕ ਖਰੀਦੀ ਜੀ 150 ਰੁਪਏ ਵੱਧ ਦੇ ਕੇ। ਹੁਣ ਦੇਖੋ ਆਟਾ 230 ਰੁਪਏ ਦੀ ਥੈਲੀ ਹੁੰਦੀ ਸੀ ਨਾ ਅਨਬ੍ਰਾਂਡਡ ਦੀ, ਹੁਣ 350 ਦੀ ਹੋ ਗਈ। ਕਿੱਡਾ ਜੰਪ ਹੋ ਗਿਆ ਜੀ, 60% 70% ਦਾ ਜੰਪ ਹੋ ਗਿਆ। ਜਿਹੜਾ ਬ੍ਰਾਂਡਡ ਆਟਾ ਸੀਗਾ, ਜਿਹੜਾ ਉਦੋਂ ਕਰੀਬ 350 ਦਾ ਵਿਕਦਾ ਸੀ, ਉਹ 500 ਤੇ ਪਹੁੰਚ ਗਿਆ। ਉਹਦੇ ਤੇ 150 ਰੁਪਏ ਦੀ ਜੰਪ ਹੋ ਗਈ। ਯਾਨੀ ਕਿ ਔਨ ਐਨ ਐਵਰੇਜ ਤੁਹਾਨੂੰ ਉਹਨੇ ਦਿੱਤਾ 150 ਰੁਪਏ ਕੁਇੰਟਲ ਦਾ ਜ਼ਿਆਦਾ, ਕਿਸਾਨ ਨੂੰ ਕਮਾਇਆ ਕਿੰਨਾ? 1500। ਯਾਰ ਕਿਸਾਨ ਅੰਦੋਲਨ ਦਾ ਅਸਲੀ ਫਾਇਦਾ ਤੇ ਅਦਾਨੀ ਅੰਬਾਨੀ ਲੈ ਗਏ ਨਾ, ਕਾਰਪੋਰੇਟ ਲੈ ਗਏ ਨਾ। ਤੁਸੀਂ ਤੇ ਕਾਰਪੋਰੇਟਾਂ ਦੇ ਖਿਲਾਫ ਲੜ ਰਹੇ ਸੀ। ਨਹੀਂ, ਤੁਸੀਂ ਕਾਰਪੋਰੇਟਾਂ ਦੇ ਖਿਲਾਫ ਲੜ ਰਹੇ ਸੀ, ਕਿਸਾਨਾਂ ਦੇ ਹੱਕ 'ਚ ਲੜ ਰਹੇ ਸੀ। ਕਿਸਾਨ ਨੂੰ ਤਾਂ ਕੁਝ ਮਿਲਿਆ ਨਹੀਂ, ਕਿਸਾਨ ਨੂੰ ਕੁਝ ਮਿਲਿਆ ਨਹੀਂ। ਫਾਇਦਾ ਕੌਣ ਲੈ ਗਿਆ? ਕਾਰਪੋਰੇਟ। ਕਾਰਪੋਰੇਟ ਤਾਂ ਕਹਿਣਗੇ ਇਹੋ ਜਿਹੇ ਅੰਦੋਲਨ ਰੋਜ਼ ਜੰਮਣ, ਇਹੋ ਜਿਹੇ ਅੰਦੋਲਨ ਰੋਜ਼ ਹੋਣ, ਅਦਾਨੀਆਂ ਦੀ ਤਿਜੋਰੀਆਂ ਹੋਰ ਭਰਨ। ਰਕੇਸ਼ ਟਕੈਤ ਕੀ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੇ ਸਾਡੀ ਭੁੱਖ ਤਿਜੋਰੀਆਂ 'ਚ ਬੰਦ ਕਰ ਲੈਣੀਆਂ, ਤੇ ਭੁੱਖ ਤੇ ਤਿਜੋਰੀਆਂ 'ਚ ਬੰਦ ਹੋ ਹੀ ਗਈ ਨਾ। 450 ਰੁਪਏ ਨੂੰ ਥੈਲੀ ਆਟੇ ਦੀ ਆ ਰਹੀ ਹੈ 10 ਕਿਲੋ ਦੀ। ਤੇ ਉਹ ਹੋਰ ਜੇ ਮੈਨੂੰ ਲੱਗਦਾ ਕਿ ਹੋਰ ਸਾਲ 2 ਸਾਲਾਂ ਨੂੰ
ਇਹ ਕਰੀਬ 600-700 ਦੀ ਹੋ ਜਾਣੀ ਆ। ਤੇ ਗਰੀਬ ਦੀ ਭੁੱਖ ਤੇ ਤਿਜੋਰੀਆਂ 'ਚ ਕੈਦ ਹੋ ਗਈ ਨਾ। ਹੈ ਔਰ ਆ ਜਿਹੜਾ ਲੋਕਾਂ ਨੂੰ ਫ੍ਰੀ ਰਾਸ਼ਨ ਮਿਲ ਰਿਹਾ ਇਹ ਵੀ ਕਦੇ ਵੀ ਬੰਦ ਹੋ ਸਕਦਾ। ਉਸ ਤੋਂ ਬਾਅਦ ਜਦੋਂ ਲੋਕੀ ਮਰਨਗੇ ਭੁੱਖੇ, ਉਹਦੀ ਜ਼ਿੰਮੇਵਾਰੀ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ 'ਤੇ ਤਾਂ ਪੈਣੀ ਹੈ, ਕਿਸਾਨ ਅੰਦੋਲਨ ਦੇ ਫੇਲ ਹੋਣ 'ਤੇ ਵੀ ਪੈਣੀ ਹੈ। ਔਰ ਕਿਸਾਨ ਅੰਦੋਲਨ ਕਾਮਯਾਬ ਕਰਾਇਆ ਜਾ ਸਕਦਾ ਸੀਗਾ, ਕੋਈ ਏਡੀ ਬੜੀ ਗੱਲ ਨਹੀਂ ਸੀ ਉਸ ਸਮੇਂ। ਔਰ ਮੈਂ ਤੇ ਇਹ ਕਹਿਣਾ ਹੁੰਦਾ ਕਿ ਗਾਂਧੀ ਜੀ ਦਾ ਨਾਂ ਲੈਂਦੇ ਰਹਿੰਦੇ ਆ, ਜੋਗਿੰਦਰ ਯਾਦਵ ਹੋ ਗਿਆ, ਇਹ ਕਹਿੰਦੇ ਰਾਜੇਵਾਲ ਹੋ ਗਿਆ, ਹੈ ਇਹ ਆਪਣੇ ਰਕੇਸ਼ ਟਕੈਤ ਹੋ ਗਏ, ਜੁੱਧਵੀਰ ਸਿੰਘ ਹੋ ਗਏ, ਗੱਲਾਂ ਤੁਸੀਂ ਬੜੀ ਵਧੀਆ ਕਰ ਰਹੇ ਸੀ। ਤੇ ਕਹਿਣ ਦਾ ਮਤਲਬ ਇਹ ਸੀਗਾ ਕਿ ਜੇ ਗਾਂਧੀ ਨੂੰ ਚੱਜ ਨਾਲ ਪੜ੍ਹਿਆ ਹੁੰਦਾ ਨਾ ਕਿਤੇ, ਤੁਸੀਂ ਅੰਦੋਲਨ ਫੇਲ ਕਰਕੇ ਨਹੀਂ ਸੀ ਆਉਂਦੇ ਉੱਥੇ। ਗਾਂਧੀ ਦਾ ਜਦੋਂ ਲਿਖਦਾ ਹੁੰਦਾ ਸੀ ਨਾ ਡਰਾਫਟ ਕਿਸੇ ਅੰਦੋਲਨ ਦਾ, ਤਾਂ ਕੌਮੇ ਤੇ ਅੜ ਜਾਂਦਾ ਹੁੰਦਾ ਸੀ, ਆਹ ਕੌਮਾ ਕਿਉਂ ਆਇਆ ਇੱਥੇ, ਆਹ ਸੈਂਟੈਂਸ ਦੇ ਵਿੱਚ ਆਹ ਸ਼ਬਦ ਕਿਉਂ ਯੂਜ਼ ਹੋਇਆ। ਉਹ ਤਾਂ ਇੰਨਾ ਮਾਹਰ ਬੰਦਾ ਸੀ। ਤੁਹਾਨੂੰ ਤੇ ਇੱਕ ਚਿੱਠੀ ਲਿਖ ਕੇ ਦਿੱਤੀ ਉਹਨਾਂ ਬੇਇੱਜ਼ਤੀ ਕਰਨ ਦੇ ਵਾਸਤੇ, ਇੱਕ ਐਡੀਸ਼ਨਲ ਸੈਕਟਰੀ ਨੇ ਜਾਂ ਸੈਕਟਰੀ ਨੇ ਚਿੱਠੀ ਲਿਖ ਕੇ ਦੇ ਦਿੱਤੀ, ਤੁਸੀਂ ਉਹ ਸੈਕਟਰੀ ਦੀ ਚਿੱਠੀ ਲੈ ਕੇ ਆ ਗਏ। ਯਾਰ ਕਿਤੇ ਪ੍ਰਧਾਨ ਮੰਤਰੀ ਦੀ ਲਿਖੀ ਹੋਈ ਚਿੱਠੀ ਲੈ ਕੇ ਆਉਂਦੇ ਨਾ, ਤੁਹਾਡੀ ਕੋਈ ਵੈਲਿਊ ਹੁੰਦੀ ਹੈ। ਕੋਈ ਘੱਟੋ ਘੱਟ ਐਗਰੀਕਲਚਰ ਮਿਨਿਸਟਰ ਦੀ ਲਿਖੀ ਹੋਈ ਚਿੱਠੀ ਲੈ ਕੇ ਆਉਂਦੇ ਨਾ, ਨਰਿੰਦਰ ਸਿੰਘ ਤੋਮਰ ਦੀ, ਹੈ ਤੁਹਾਡੀ ਕੋਈ ਵੈਲਿਊ ਹੁੰਦੀ। ਇੱਕ ਸਾਂਝੀ ਪ੍ਰੈਸ ਕਾਨਫਰੰਸ ਤਾਂ ਕਰ ਲੈਂਦੇ ਮੋਦੀ ਦੇ ਨਾਲ, ਇੱਕ ਸਾਂਝੀ ਪ੍ਰੈਸ ਕਾਨਫਰੰਸ ਤਾਂ ਕਰ ਲੈਂਦੇ ਨਰਿੰਦਰ ਤੋਮਰ ਦੇ ਨਾਲ ਉੱਠਣ ਤੋਂ ਪਹਿਲਾਂ। ਹੈ ਤੁਸੀਂ ਤੇ ਐਉਂ ਉੱਠੇ ਜਿਵੇਂ ਪਤਾ ਨਹੀਂ ਤੁਸੀਂ ਤੇ ਇੰਤਜ਼ਾਰ ਕਰ ਰਹੇ ਸੀ ਕਿ ਮੋਦੀ ਕਦੋਂ ਐਲਾਨ ਕਰੇ, ਅਸੀਂ ਕਦੋਂ ਭੱਜੀਏ। ਉਹ ਐਲਾਨ ਜਾ ਕੇ ਉਹਨੇ ਕਿੱਥੇ ਕੀਤਾ, ਜਾ ਕੇ ਉੱਥੇ ਪੁਣੇ। ਹੈ ਉਹ ਐਲਾਨ ਸਿੰਘੂ ਬਾਰਡਰ ਤੇ ਕਿਉਂ ਨਹੀਂ ਕਰ ਸਕਦਾ? ਉਸ ਸਮੇਂ ਸਰਕਾਰ ਪ੍ਰੈਸ਼ਰ ਸੀ, ਉਹ ਸਿੰਘੂ ਬਾਰਡਰ ਤੇ ਵੀ ਪ੍ਰਧਾਨ ਮੰਤਰੀ ਆਉਂਦਾ। ਔਰ ਪ੍ਰਧਾਨ ਮੰਤਰੀ ਦਾ ਕਿਹਾ ਹੋਇਆ ਲੀਗਲ ਗਰੰਟੀ ਹੁੰਦਾ, ਇਹ ਇੰਟਰਨੈਸ਼ਨਲ ਕਾਨੂੰਨ ਆ। ਰਾਸ਼ਟਰਪਤੀ ਦਾ ਕਿਹਾ ਜਾਂ ਪ੍ਰਧਾਨ ਮੰਤਰੀ ਦਾ ਕਿਹਾ ਇੱਕ ਲੀਗਲ ਗਰੰਟੀ ਹੁੰਦਾ। ਇਹਦੇ ਤੁਹਾਨੂੰ ਯਾਦ ਹੋਣਾ ਕਿ ਉਹ ਬਿਲ ਕਲਿੰਟਨ ਦੇ ਉੱਤੇ ਇੱਕ ਉਹ ਕਹਿੰਦੇ ਮਹਾ ਅਭਿਯੋਗ ਚੱਲਿਆ ਸੀ। ਹੈ ਉਹਦੇ ਵਿੱਚ ਅਟਾਰਨੀ ਦੀ ਮੈਂ ਇੰਟਰਵਿਊ ਪੜ੍ਹੀ ਸੀ, ਉਹ ਪੂਰਾ ਡਿਟੇਲ ਦੇ ਵਿੱਚ। ਔਰ ਉਹਨੇ ਇਹ ਗੱਲ ਇੱਕੋ ਹੀ ਨੁਕਤਾ ਉਠਾਇਆ ਸੀ, ਕਹਿੰਦਾ ਸਾਨੂੰ ਕੋਈ ਦਿੱਕਤ ਨਹੀਂ ਸੀ ਬਿਲ ਕਲਿੰਟਨ ਦੇ ਨਾਲ, ਸਾਨੂੰ ਸਿਰਫ ਇੱਕੋ ਗੱਲ ਦੀ ਦਿੱਕਤ ਸੀ। ਮੈਂ ਉਹਨੂੰ ਕਹਿੰਦਾ ਇੱਕੋ ਸਵਾਲ ਦੇ ਉੱਤੇ ਘੇਰਿਆ, ਮੈਂ ਉਹਨੂੰ ਇਹ ਕਿਹਾ ਕਿ ਤੇਰੇ ਮੋਨਿਕਾ ਲੈਵਿੰਸਕੀ ਨਾਲ ਸੰਬੰਧ ਹੈਗੇ ਨੇ, ਸਾਨੂੰ ਕੋਈ ਮਤਲਬ ਨਹੀਂ ਇਹਦੇ ਗੱਲ ਦੇ ਨਾਲ, ਪਰ ਸਾਨੂੰ ਜਿਹੜੀ ਗੱਲ ਨਾਲ ਮਤਲਬ ਹੈ ਕਿ ਤੂੰ ਰਾਸ਼ਟਰਪਤੀ ਰਹਿੰਦੇ ਹੋਏ ਝੂਠ ਕਿਉਂ ਬੋਲਿਆ ਕਿ ਮੇਰੇ ਸੰਬੰਧ ਹੈ ਨਹੀਂ, ਹੁਣ ਤੂੰ ਮੰਨ ਰਿਹਾ ਮੇਰੇ ਸੰਬੰਧ ਹੈਗੇ ਨੇ। ਇਵੇਂ ਹੀ ਜੇ ਨਰਿੰਦਰ ਮੋਦੀ ਜੀ ਉੱਥੇ ਆ ਜਾਂਦੇ, ਉਹੀ ਗੱਲਾਂ ਉੱਥੇ ਆ ਕੇ ਸਿੰਘੂ ਬਾਰਡਰ ਤੇ ਕਹਿ ਜਾਂਦੇ। ਅੱਜ ਕਿਸਾਨਾਂ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੁੰਦੀ, ਇਹਨਾਂ ਦੀ ਠੁੱਕ ਵੱਜੀ ਹੁੰਦੀ। ਸਾਨੂੰ ਵੀ ਬੜਾ ਮਾਣ ਹੁੰਦਾ, ਸਾਨੂੰ ਚੰਗਾ ਨਹੀਂ ਲੱਗਦਾ ਅੱਜ ਜੋ ਦੁਰਦਸ਼ਾ ਹੈ ਕਿਸਾਨੀ ਦੀ, ਸਾਨੂੰ ਵੀ ਚੰਗਾ ਨਹੀਂ ਲੱਗਦਾ। ਇਹ ਅੰਦੋਲਨ ਜਿੱਤਿਆ ਹੁੰਦਾ ਨਾ, ਆਉਣ ਵਾਲੇ ਇਨਕਲਾਬ ਦੀ ਰਾਹ ਪੱਧਰੀ ਹੋ ਜਾਣੀ ਸੀ। ਅੱਜ ਉਹ ਰਾਹ ਕਿਤੇ ਨਜ਼ਰ ਨਹੀਂ ਆਉਂਦਾ। ਅੱਜ ਅਸੀਂ ਨਿਰਾਸ਼ਾ ਦੇ ਐਸੇ ਦੌਰ ਵਿੱਚ ਸ਼ਾਮਲ ਹੋ ਗਏ ਹਾਂ, ਜਿਹੋ ਜਿਹਾ ਦੌਰ ਸੈਂਕੜੇ ਸਾਲਾਂ 'ਚ ਕਿਤੇ ਨਹੀਂ ਦੇਖਿਆ ਗਿਆ, ਕਦੀ ਵੀ ਇੰਨਾ ਨਿਰਾਸ਼ਾ ਦਾ ਦੌਰ ਨਹੀਂ ਦੇਖਿਆ ਗਿਆ। ਅਗਰ ਕਿਸਾਨ ਅੰਦੋਲਨ ਕਾਮਯਾਬ ਹੋਇਆ ਹੁੰਦਾ ਨਾ, ਤੁਸੀਂ ਦੇਖਦੇ ਇੱਕ ਚੜ੍ਹਦੀ ਸਵੇਰ ਵਾਂਗ ਹੋਣਾ ਸੀ ਸਾਰਾ ਕੁਝ। ਸੋ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਵੀ ਜਿਹੜਾ ਖੇਤੀ ਕਾਨੂੰਨ ਵਾਪਸ ਹੋਏ ਆ, ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ, ਜਾਂ ਕਿਸਾਨ ਉਦੋਂ ਬਹੁਤ ਸਾਰੇ ਕਹਿੰਦੇ ਸੀ ਤਾਂ ਕਿਸਾਨੀ ਅੰਦੋਲਨ ਜਿੱਤ ਲਿਆ, ਪਰ ਅਸਲ ਦੇ ਵਿੱਚ ਕਿਸਾਨਾਂ ਦੀ ਹਾਰ ਹੋਈ ਕਿ ਗੁੰਮਰਾਹ ਹੋਏ? ਦੇਖੋ ਇੱਕ ਸਤਰੰਜ ਦੀ ਖੇਲ ਹੁੰਦੀ ਹੈ, ਉਹਦੇ 'ਚ ਮੋਹਰੇ ਹੁੰਦੇ ਨੇ, ਉਹਦੇ 'ਚ ਚਾਲਾਂ ਹੁੰਦੀਆਂ ਨੇ। ਇਵੇਂ ਸਿਆਸਤ ਦੀ ਖੇਡ ਦੇ ਵਿੱਚ ਵੀ ਮੋਹਰੇ ਹੁੰਦੇ ਨੇ, ਚਾਲਾਂ ਹੁੰਦੀਆਂ ਨੇ। ਸਰਕਾਰ ਨੇ ਇੱਕ ਪਾਸਾ ਫੈਂਕਿਆ, ਤੁਸੀਂ ਉਹਨੂੰ ਨਹੀਂ ਸਮਝ ਪਾਏ। ਹੈ ਤੁਹਾਨੂੰ ਚਾਹੀਦਾ ਸੀ ਕਿ ਨਹੀਂ, ਸਰਕਾਰ ਨੇ ਜੋ ਪਾਸਾ ਫੈਂਕਿਆ ਠੀਕ ਹੈ, ਅਸੀਂ ਵੀ ਆਪਣਾ ਪਾਸਾ ਫੈਂਕਾਂਗੇ। ਹੁਣ ਮੰਨ ਲਓ ਤੁਹਾਡਾ ਮੁਕਾਬਲਾ ਹੋ ਗਿਆ ਸ਼ਕੁਨੀ ਦੇ ਨਾਲ, ਤੁਸੀਂ ਜਾਣਦੇ ਹੋ ਚੌਸਰ ਦਾ ਉਸ ਤੋਂ ਬੜਾ ਪਲੇਅਰ ਕੋਈ ਨਹੀਂ ਹੈਗਾ। ਹੁਣ ਜੇ ਸ਼ਕੁਨੀ ਇਹ ਕਹੇਗਾ ਕਿ ਮੈਂ ਆਪਣੀ ਚੌਸਰ ਵੀ ਆਪਣੀ ਘਰੋਂ ਲੈ ਕੇ ਆਵਾਂਗਾ, ਤੁਸੀਂ ਖੇਡੋਗੇ ਉਹਦੇ ਨਾਲ? ਤੁਸੀਂ ਕਹੋ ਨਹੀਂ ਭਾਈ, ਵੀ ਚੌਸਰ ਜਿਹੜੀ ਆ ਨਾ, ਇਹ ਵੀ ਕੋਈ ਬਾਹਰੋਂ ਆਏਗੀ। ਹੈ ਔਰ ਜਿਹੜੇ ਇਹਦੇ ਰੈਫਰੀ ਹੋਣਗੇ ਉਹ ਵੀ ਜਿਹੜੇ ਬਾਹਰੋਂ ਹੋਣਗੇ। ਤੁਸੀਂ ਇੱਕ ਚਾਲ ਧਿਆਨ ਨਾਲ ਚੱਲੋਗੇ। ਜਦੋਂ ਮੋਦੀ ਨੇ ਇੱਕ ਚਾਲ ਖੇਡੀ, ਉਹਨੇ ਉਹ ਜਿਹੜਾ ਐਲਾਨ ਉਹ ਸਿੰਘੂ ਬਾਰਡਰ ਤੇ ਕਰਨਾ ਚਾਹੀਦਾ ਸੀ ਉਹਨੂੰ ਆ ਕੇ, ਜਾਂ ਕਿਸਾਨਾਂ ਨਾਲ ਇੱਕ ਮੀਟਿੰਗ ਹੋ ਰਹੀ ਹੁੰਦੀ, ਚਲੋ ਮੰਨ ਲਓ ਵਿਗਿਆਨ ਭਵਨ 'ਚ ਮੀਟਿੰਗ ਹੋ ਰਹੀ ਹੁੰਦੀ, ਵਿਗਿਆਨ ਭਵਨ 'ਚ ਸਾਰੇ ਬੈਠੇ ਹੁੰਦੇ, ਪ੍ਰਧਾਨ ਮੰਤਰੀ ਵੀ ਉੱਥੇ ਹੁੰਦੇ, ਉੱਥੇ ਐਲਾਨ ਹੋ ਜਾਂਦਾ। ਹੈ ਉਹਦੀ ਵੈਲਿਊ ਹੋਰ ਹੋਣੀ ਸੀ। ਜਿਹੜਾ ਉੱਥੇ ਜਾ ਕੇ ਨਾਗਪੁਰ ਫੌਜੀਆਂ ਦਾ ਕੋਈ ਦਿਵਸ ਚੱਲ ਰਿਹਾ ਸੀ, ਹੈ ਉਹ ਫੌਜਾਂ ਦੇ 에ਅਰਫੋਰਸ ਦਾ ਕੋਈ ਡੇ ਚੱਲ ਰਿਹਾ ਸੀ, ਉੱਥੇ ਜਾ ਕੇ ਜਿਹੜਾ ਐਲਾਨ ਹੋਇਆ, ਉਹ ਯਾਰ ਤੁਸੀਂ ਦੇਖੋ ਉੱਥੇ ਤਾਂ ਕਿਸਾਨ ਕੋਈ ਹੈ ਹੀ ਨਹੀਂ ਸੀ। ਹੈ ਜਿਹੜੀ ਪਾਰਟੀ ਸਾਹਮਣੇ ਬੈਠੀ ਹੈ ਉਹ ਪਾਰਟੀ ਤਾਂ ਹੈ ਹੀ ਨਹੀਂ। ਹੈ ਤੁਸੀਂ ਐਲਾਨ ਕਰ ਰਹੇ ਹੋ, ਤੁਸੀਂ ਤਾਂ ਇੱਕ ਤਰ੍ਹਾਂ ਦੀ ਆਪਣੀ ਲੱਤ ਉੱਤੇ ਰੱਖ ਰਹੇ ਹੋ, ਸਰਕਾਰ ਨੇ ਆਪਣੀ ਲੱਤ ਉੱਤੇ ਰੱਖੀ, ਇਹ ਸਮਝ ਨਹੀਂ ਪਾਏ। ਇਹ ਉਹ ਗੱਲ ਦੇ ਵਿੱਚ ਆ ਗਏ, ਢਡੋਰਾ ਪਿੰਡ ਦਾ ਕਾਨੂੰਨ ਵਾਪਸ ਹੋ ਗਏ। ਤੁਹਾਨੂੰ ਮਿਲਿਆ ਕੀ? ਲਖੀਮਪੁਰ ਖੀਰੀ ਮਿਲ ਗਿਆ ਤੁਹਾਨੂੰ, MSP ਮਿਲ ਗਈ ਤੁਹਾਨੂੰ, ਉਹ ਜਿਹੜੇ ਕਿਸਾਨਾਂ ਦਾ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਮੁਆਵਜ਼ਾ ਮਿਲ ਗਿਆ। ਹੈ ਤੁਹਾਡੇ ਦੇ ਜਿਹੜੇ ਕਾਨੂੰਨ ਨੇ ਉਹ ਵੀ ਅੱਜ ਉਹੀ ਲਾਗੂ ਨੇ ਜਿਹੜੇ ਸਰਕਾਰ ਨੇ ਵਾਪਸ ਲਏ ਕਾਨੂੰਨ ਵੀ ਸਰਕਾਰ ਦੇ ਲਾਗੂ ਨੇ ਅੱਜ। ਤੇ ਤੁਸੀਂ ਮਿਲਿਆ ਕੀ? ਤੁਹਾਨੂੰ ਕੋਲ ਵੀ ਪ੍ਰੈਕਟੀਕਲੀ ਕੁਝ ਨਹੀਂ ਮਿਲਿਆ। ਇਹ ਇਦਾਂ ਹੀ ਉੱਠ ਕੇ ਆ ਗਏ, ਔਰ ਇਹ ਗੱਲ ਬੜੀ ਮਾੜੀ ਹੋਈ ਹੈ। ਮਤਲਬ ਕਿਸਾਨ ਉਸ ਟਾਈਮ ਉੱਤੇ ਖਾਲੀ ਹੱਥ ਜਾਂਦੇ ਆ ਤੇ ਖਾਲੀ ਹੱਥ ਹੀ ਵਾਪਸ ਪਰਤਦੇ ਆ। ਅੱਜ ਪ੍ਰੈਕਟੀਕਲ ਪੋਜੀਸ਼ਨ ਇਹ ਆ, ਤੁਸੀਂ ਦੇਖੋ ਨਾ, ਹੌਲੀ ਕਿਸਾਨਾਂ ਵਿੱਚ ਉਪਰਾਮਤਾ ਆ ਰਹੀ ਹੈ, ਕਿਸਾਨਾਂ ਵਿੱਚ ਨਿਰਾਸ਼ਾ ਆ ਰਹੀ ਹੈ। ਤੁਸੀਂ ਨੀਚੇ ਗਰਾਊਂਡ ਲੈਵਲ ਤੇ ਜਾਓ, ਹੋਰ 6 ਮਹੀਨੇ ਬੀਤ ਜਾਣ, ਹੁਣ ਫਿਰ ਕਣਕ ਬੀਜੀ ਗਈ ਹੈ ਨਾ, ਹੋਰ 2 ਮਹੀਨਿਆਂ ਨੂੰ ਕਣਕ ਪੱਕ ਜਾਣੀ। ਹੁਣ ਜਦੋਂ 2 ਮਹੀਨਿਆਂ ਨੂੰ ਕਣਕ ਪੱਕਣੀ, ਉਹਨੂੰ ਫਿਰ ਉੱਦਾਂ ਹੀ ਕਰਨਾ। ਜਦੋਂ ਮੂੰਹ ਨੂੰ ਖੂਨ ਲੱਗਿਆ
ਉਹ ਹੁੰਦਾ ਨਹੀਂ ਹੈਗਾ, ਕਹਿੰਦੇ ਸ਼ੇਰ ਦੇ ਮੂੰਹ ਨੂੰ ਖੂਨ ਨਹੀਂ ਲੱਗਣਾ ਚਾਹੀਦਾ। ਹੁਣ ਤੇ ਕਾਰਪੋਰੇਟਾਂ ਦੇ ਮੂੰਹ ਨੂੰ ਖੂਨ ਲੱਗ ਗਿਆ। ਕਿਸਾਨਾਂ ਨੇ ਅੰਦੋਲਨ ਕੀਤਾ, ਕਿਸਾਨਾਂ ਦੇ ਵਾਸਤੇ 1500 ਰੁਪਏ ਕੁਇੰਟਲ ਦਾ ਉਹ ਕਮਾ ਗਏ ਕਾਰਪੋਰੇਟ ਜ਼ਿਆਦਾ ਹੈ, ਇਸ ਵਾਰ ਤੋਂ 2500 ਕਮਾਉਣਗੇ। ਉਹ ਕਹਿਣ ਦਾ ਮਤਲਬ ਹੈ ਕਿ ਤੁਸੀਂ ਕੁੱਲ ਕਮਾ ਕੇ, ਤੁਸੀਂ ਕਮਾਈ ਕਰਕੇ, ਤੁਸੀਂ ਫਾਇਦਾ ਕਰਕੇ ਤੇ ਕਾਰਪੋਰੇਟਾਂ ਦਾ ਦੇ ਦਿੱਤੇ। ਤੁਸੀਂ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਕਾਰਪੋਰੇਟਾਂ ਨੇ ਦੇਸ਼ ਲੁੱਟ ਕੇ ਖਾ ਲਿਆ, ਅਸੀਂ ਕਾਰਪੋਰੇਟਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ। ਹੁਣ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਹੈ, WTO ਹੈ ਵਰਲਡ ਬੈਂਕ ਆ, IMF ਹੈ ਗਾਟ ਸਮਝੌਤੇ ਲੱਗੇ ਹੋਏ ਆ। ਜਿਹੜੀਆਂ ਇੰਟਰਨੈਸ਼ਨਲ ਪ੍ਰੈਸ਼ਰ ਆ ਉਹ ਤਾਂ ਚਾਹੁੰਦੇ ਹੀ ਨਹੀਂ ਕਿ ਸਰਕਾਰਾਂ ਜਿਹੜੀਆਂ ਨੇ ਇਸ ਪਬਲਿਕ ਸੈਕਟਰ ਖਤਮ ਹੋਏ, ਸਰਕਾਰਾਂ ਦੀ ਇਨਵੋਲਵਮੈਂਟ ਖਤਮ ਹੋਏ, ਸਾਰਾ ਕੁਝ ਮੰਡੀਆਂ ਦੇ ਥਰੋ ਕਰ ਦਿੱਤਾ ਜਾਏ, ਜਿਹਨੂੰ ਅਸੀਂ ਐਡਮ ਸਮਿਥ ਦੀ ਪਾਲਿਸੀ ਕਹਿੰਦੇ ਆ, ਲੈਸੇਜ ਫੇਅਰ ਇਕਨੋਮਿਕਸ ਦੇ ਵਿੱਚ ਕਹਿੰਦੇ ਆ। ਉਹ ਚੀਜ਼ਾਂ ਉਹ ਲਾਗੂ ਕਰਨੀਆਂ ਚਾਹੁੰਦੇ ਨੇ, ਤੇ ਉਹ ਲਾਗੂ ਕਰਨ ਵਾਸਤੇ ਤੁਸੀਂ ਤਾਂ ਆਪਣਾ ਕਿਸਾਨ ਅੰਦੋਲਨ ਵੀ ਟੂਲ ਬਣਾ ਦਿੱਤਾ ਉਹਨਾਂ ਵਾਸਤੇ। ਉਹਨਾਂ ਨੇ ਤੇ ਕਿਸਾਨ ਅੰਦੋਲਨ ਨੂੰ ਵੀ ਹਥਿਆਰ ਬਣਾ ਕੇ ਯੂਜ਼ ਕਰ ਲਿਆ ਨਹੀਂ। ਉਹਨਾਂ ਨੇ ਕਿਸਾਨ ਅੰਦੋਲਨ ਦਾ ਸਹਾਰਾ ਲੈ ਕੇ ਹੀ 1500 ਰੁਪਇਆ ਵੱਧ ਕਮਾ ਲਿਆ ਨਾ ਕੁਇੰਟਲ ਦੇ ਪਿੱਛੇ, ਤੇ ਫਾਇਦਾ ਤੇ ਉਹਨਾਂ ਨੂੰ ਹੋਇਆ ਨਾ। ਸਰ ਜੇ ਧਰਨਿਆਂ ਦੀ ਗੱਲ ਕਰੀਏ ਤਾਂ ਅੱਜ ਵੀ ਬਹੁਤ ਸਾਰੇ ਕਿਸਾਨ ਦੇਖਣ ਨੂੰ ਮਿਲਦੇ ਆ ਕਿ ਧਰਨੇ ਲੱਗੇ ਹੁੰਦੇ ਨੇ, ਰੋਡ ਜਾਮ ਹੁੰਦੇ ਨੇ। ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਅੰਦੋਲਨ ਤੁਸੀਂ ਕਹਿੰਦੇ ਹੋ ਫੇਲ ਹੋਇਆ, ਉਹਦੇ ਕਾਰਨ ਨੇ। ਜਰਾ ਸੋਚੋ, ਅੱਜ ਤੋਂ 5 ਸਾਲ ਪਹਿਲਾਂ ਵੀ ਧਰਨੇ ਲੱਗਦੇ ਸੀ, 6 ਸਾਲ ਪਹਿਲਾਂ ਵੀ ਧਰਨੇ ਲੱਗਦੇ ਸੀ। ਉਦੋਂ ਲੋਕਾਂ ਦੀ ਜੋ ਸਪਿਰਿਟ ਹੁੰਦੀ ਸੀ, ਰੇਲਾਂ ਵੀ ਰੋਕ ਲੈਂਦੇ ਸੀ, ਲੋਕੀ ਨਾਲ ਖੜਦੇ ਸੀ ਕਿਸਾਨਾਂ ਦੇ। ਲੋਕਾਂ ਨੂੰ ਤਕਲੀਫ ਹੀ ਹੁੰਦੀ ਸੀ, ਲੋਕੀ ਬੁਰਾ ਨਹੀਂ ਮੰਨਦੇ। ਅੱਜ ਇਹ ਧਰਨਾ ਲਾ ਕੇ ਖੜਦੇ ਨੇ, ਕਿੰਨੀਆਂ ਵੀਡੀਓ ਆ ਰਹੀਆਂ ਨੈੱਟ ਦੇ ਉੱਤੇ, ਲੋਕੀ ਵਿਰੋਧ ਕਰਦੇ ਨੇ, ਲੋਕੀ ਲਾਂਤਾ ਪਾਉਂਦੇ ਨੇ। ਇੱਕ ਜਨਾਨੀ ਉੱਥੇ ਬਹਿ ਕੇ ਪਿੱਟਣ ਲੱਗ ਪਈ ਸੰਗਰੂਰ ਜ਼ਿਲ੍ਹੇ ਦੇ ਵਿੱਚ, ਤੇ ਉਹ ਕਹਿਣ ਦਾ ਮਤਲਬ ਕਿ ਹੁਣ ਲੋਕੀ ਕਹਿੰਦੇ ਨੇ ਯਾਰ ਇਹਨਾਂ ਨੇ ਪਖੰਡ ਫੜ ਲਿਆ। ਤੀਸਰੇ ਦਿਨ ਸੜਕ ਜਾਮ ਕਰ ਲੈਂਦੇ ਨੇ, ਤੀਸਰੇ ਦਿਨ ਰੇਲ ਜਾਮ ਕਰ ਲੈਂਦੇ ਨੇ। ਯਾਨੀ ਕਿ ਤੁਸੀਂ ਖੱਟਿਆ ਕੀ ਬਦਨਾਮੀ, ਜਨਤਾ ਦੀ ਹਮਦਰਦੀ ਵੀ ਗਈ। ਹੁਣ ਤੁਸੀਂ ਉਹ ਅੰਦੋਲਨ ਖੜਾ ਨਹੀਂ ਕਰ ਸਕਦੇ ਜਿਹੜਾ ਤੁਸੀਂ ਉਦੋਂ ਕੀਤਾ ਸੀ। ਹੁਣ ਕੁੱਲ ਮਿਲਾ ਕੇ ਤੁਸੀਂ ਦੇਖੋ, ਦੁਨੀਆ ਦੇ ਦੋ ਤਰ੍ਹਾਂ ਦੀਆਂ ਤਾਕਤਾਂ ਹੁੰਦੀਆਂ ਨੇ, ਇੱਕ ਅੱਛਾਈ ਦੀ ਤਾਕਤ, ਇੱਕ ਬੁਰਾਈ ਦੀ ਤਾਕਤ। ਬੁਰਾਈ ਦੀ ਤਾਕਤ ਆਪਣੀਆਂ ਚਾਲਾਂ ਚੱਲਦੀ ਰਹਿੰਦੀ ਹੈ, ਅੱਛਾਈ ਦੀ ਤਾਕਤ ਨੂੰ ਵੀ ਕਦੇ ਕਦੇ ਮੌਕਾ ਮਿਲਦਾ। ਅੱਛਾਈ ਦੀ ਤਾਕਤ ਨੂੰ ਇੱਕ ਮੌਕਾ ਮਿਲਿਆ ਸੀ, ਉਹ ਮੌਕਾ ਤੁਸੀਂ ਲੈ ਲਿਆ, ਔਰ ਤੁਸੀਂ ਸੈਂਟਰ ਸਟੇਜ ਵੀ ਲੈ ਗਏ। ਤੁਸੀਂ ਹਿੰਦੁਸਤਾਨ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਤੁਸੀਂ ਲਾਈਮਲਾਈਟ 'ਚ ਆ ਗਏ। ਤੁਸੀਂ ਸਾਰੀਆਂ ਅੱਖਾਂ ਤੁਹਾਡੇ ਵੱਲ ਹੋ ਗਈਆਂ, ਲੋਕੀ ਬੜੀਆਂ ਉਮੀਦਾਂ ਭਰੀਆਂ ਨਜ਼ਰਾਂ ਨਾਲ ਤੁਹਾਡੇ ਵੱਲ ਦੇਖ ਰਹੇ ਸੀ। ਅੱਜ ਉਹ ਉਮੀਦਾਂ ਕਰੈਸ਼ ਹੋ ਚੁੱਕੀਆਂ ਨੇ। ਹੋਰ 6 ਮਹੀਨੇ ਬੀਤ ਲੈਂਦੇ ਹੋ, ਸਾਲ ਬੀਤ ਲੈਂਦੇ ਹੋ, ਤਾਂ ਲੋਕਾਂ ਨੇ ਤੁਹਾਡੀ ਜਿਹੜੀ ਮਾੜੀ ਮੋਟੀ ਇੱਜ਼ਤ ਬਚੀ ਆ ਥੱਲੇ, ਉਹ ਵੀ ਨਹੀਂ ਰਹਿਣੀ। ਤੁਹਾਡਾ ਜਿਹੜਾ ਤੁਸੀਂ ਕਾਡਰ ਬਣਾਇਆ ਨਾ ਇੰਨੀ ਮਿਹਨਤ ਕਰਕੇ, ਇਹ ਵੀ ਨਹੀਂ ਰਹਿਣਾ। ਤੇ ਇਸ ਕਰਕੇ ਕੁੱਲ ਮਿਲਾ ਕੇ ਕਿਸਾਨ ਅੰਦੋਲਨ ਫੇਲ ਹੋ ਗਿਆ, ਔਰ ਇਹ ਗੱਲ ਨੂੰ ਜਿੰਨੀ ਜਲਦੀ ਤਸਲੀਮ ਕਰ ਲਿਆ ਜਾਏ ਤਾਂ ਓਨਾ ਹੀ ਚੰਗਾ ਹੈ। ਤੁਸੀਂ ਬੈਠੋ ਯਾਰ, ਬਹਿ ਕੇ ਚਰਚਾ ਕਰੋ। ਆ ਜਿਹੜੇ ਜੋਗਿੰਦਰ ਯਾਦਵ ਵਰਗੇ ਆ, ਜਿਹੜੇ ਦੋ ਕਹਿੰਦੇ ਹੁੰਦੇ ਆ ਸਵੈੰਭੂ ਬਣੇ ਹੋਏ ਨੇ, ਕੀ ਬੋਲਦੇ ਆ ਆਪਣੇ ਆਪ ਨੂੰ ਥਿੰਕਰ, ਰਾਜੇਵਾਲ ਵਰਗੇ, ਇਹਨਾਂ ਲੋਕਾਂ ਨੇ ਗਾਂਧੀ ਨੂੰ, ਇਹਨਾਂ ਨੂੰ ਮਿਹਨਤ ਸਲਾਹ ਦਿਆਂਗੇ, ਜਾ ਕੇ 5 ਸਾਲ ਬੈਠ ਕੇ ਨਾ ਕਿਤਾਬਾਂ ਪੜ੍ਹ ਲਓ ਜਾ ਕੇ। ਗਾਂਧੀ ਨੂੰ ਹੀ ਪੜ੍ਹ ਕੇ ਆ ਜਾਓ, ਤੁਸੀਂ ਸਮਝ ਲਓ ਗਾਂਧੀ ਨੂੰ। ਗਾਂਧੀ ਤੇ ਇੱਕ ਐਸਾ ਮਹਾਨ ਨੇਤਾ ਸੀਗਾ, ਦੁਨੀਆ 'ਚ ਉਹਦੀ ਇੱਜ਼ਤ ਐਵੇਂ ਨਹੀਂ ਬਣੀ ਹੋਈ। ਸਿਵਲ ਨਾਨ ਕੋਆਪਰੇਸ਼ਨ, ਸਿਵਲ ਡਿਸਓਬੀਡੀਐਂਸ ਵਰਗੇ ਜੋ ਉਹਨੇ ਸਿਧਾਂਤ ਦਿੱਤੇ ਨੇ, ਅੱਜ ਵੀ ਉਹ ਕਿਸੇ ਮੁਲਕ 'ਚ ਇਨਕਲਾਬ ਕਰ ਸਕਦੇ ਨੇ। ਅੱਜ ਵੀ ਉਹ ਬਹੁਤ ਹੀ ਜ਼ਿਆਦਾ ਕ੍ਰਾਂਤੀਕਾਰੀ ਸਿਧਾਂਤ ਨੇ। ਅਸੀਂ ਗਾਂਧੀ ਨੂੰ ਕਹਿੰਦੇ ਨੇ ਉਹ ਤਾਂ ਨਾਨ ਵਾਇਲੈਂਟ ਸੀ, ਅਹਿੰਸਕ ਸੀ। ਗਾਂਧੀ ਦੀ ਅਹਿੰਸਾ ਦੇ ਪਿੱਛੇ ਜੋ ਅੰਦੋਲਨ ਆ, ਜੋ ਸਿਧਾਂਤ ਆ ਨਾ, ਉਹ ਬਹੁਤ ਜ਼ਿਆਦਾ ਹਿੰਸਕ ਆ। ਉਹ ਇੰਨਾ ਜ਼ਿਆਦਾ ਵਾਇਲੈਂਟ ਆ, ਸਰਕਾਰਾਂ ਦੀਆਂ ਗੋਡਣੀਆਂ ਲਵਾ ਦੇ। ਉਹਨੇ ਅੰਗਰੇਜ਼ਾਂ ਦੀਆਂ ਗੋਡਣੀਆਂ ਲਵਾ ਕੇ ਰੱਖੀਆਂ ਸੀ। ਉਹ ਨਮਕ ਦਾ ਕਾਨੂੰਨ ਜਿਹੜਾ ਉਹਨੇ ਪਾਸ ਕਰਵਾਇਆ, ਔਰ ਜਿਹੜਾ ਉਹਨੇ ਉਹ ਕਹਿੰਦੇ ਅਸਹਿਯੋਗ ਅੰਦੋਲਨ ਜਿਹੜਾ ਉਹਨੇ ਕੀਤਾ, ਉਹ ਤੁਸੀਂ ਸਮਝ ਤਾਂ ਲਓ ਉਹਦੀ ਭਾਵਨਾ ਕੀ ਆ। ਗਾਂਧੀ ਦਾ ਨਾਂ ਲੈ ਕੇ ਇਹ ਗੱਲਾਂ ਨਹੀਂ ਬਣਨੀਆਂ। ਕਿਸਾਨ ਅੰਦੋਲਨ ਤੁਸੀਂ ਹਰਵਾ ਦਿੱਤਾ, ਇਹਦੇ ਇੰਨਾ ਹੀ ਕਾਫੀ ਹੈ। ਹੁਣ ਥੋੜ੍ਹੀ ਜਿਹੀ ਸਟੱਡੀ ਕਰਕੇ ਫੇਰ ਬੈਠੇ ਉੱਥੇ ਜਾ ਕੇ। ਸੋ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ, ਤੇ ਅੱਜ ਵੀ ਕਿਤੇ ਨਾ ਕਿਤੇ ਛੋਟੇ-ਮੋਟੇ ਅੰਦੋਲਨ ਜਿਹੜੇ ਆਮ ਹੀ ਤੁਹਾਨੂੰ ਦੇਖਣ ਨੂੰ ਮਿਲਦੇ ਰਹਿੰਦੇ ਨੇ। ਤੇ ਅਸਲ ਦੇ ਵਿੱਚ ਅੰਦੋਲਨ ਤੇ ਕਿਸਾਨਾਂ ਦੀ ਹਾਰ ਹੋਈ ਜਾਂ ਕਿਸਾਨਾਂ ਦੀ ਜਿੱਤ ਹੋਈ, ਇਸ ਸੰਬੰਧੀ ਸਾਡੇ ਨਾਲ ਚਰਚਾ ਕਰਨ ਲਈ ਮੌਜੂਦ ਸਨ ਡਾਕਟਰ ਬਲਵਿੰਦਰ ਸਿੰਘ ਜੀ ਔਲਖ, ਜਿਨ੍ਹਾਂ ਨੇ ਬਹੁਤ ਜਿਹੜੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਤੋਂ ਪਰਦਾ ਚੱਕਿਆ ਤੇ ਤੁਹਾਡੇ ਸਾਹਮਣੇ ਜਿਹੜਾ ਸੱਚ ਕੀ ਹੈ ਉਹ ਤੁਹਾਨੂੰ ਦਿਖਾਇਆ। ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਸਿਟੀ ਹੈਡਲਾਈਨਸ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਗਗਨ ਸਮਾਦ, ਨਾਲ ਕੈਮਰਾਮੈਨ ਪ੍ਰਿੰਸ ਕੁਮਾਰ।